ਜੋ ਮਤਾ ਪਕਾਇਆ ਇਹਨਾਂ ਸਾਰਿਆਂ ਨੇ ਵੀ ਆਪੇ ਉਹ ਕਰ ਦੇਣ ਦਿੱਲੀ ਮਹਾਰਾਜ ਤੇ ਦਰਖਾਸਤ ਦਈਏ, ਦਰਬਾਰ 'ਚ ਪੇਸ਼ ਹੋ ਜਾਈਏ ਅਕਬਰ ਪਾਸ। ਇਸ ਤਰ੍ਹਾਂ ਫਿਰ ਇਹ ਕਲੰਕ ਖੱਟਣ ਵਾਸਤੇ ਮਹਾਰਾਜ ਤੇ ਵਧੀਕੀ ਕਰਕੇ ਗੁਰੂ ਘਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਨਾਲ ਅੜਦੇ ਹੋਏ ਇਹ ਗੋਂਦੇ ਦਾ ਪਰਿਵਾਰ ਜਿਹੜਾ ਉਹ ਦਿੱਲੀ ਜਾ ਫਰਿਆਦੀ ਹੋਇਆ ਹੈ। ਚਵਗੱਤੇ ਆਗੇ ਫਰਿਆਦ। ਚਵਗੱਤੇ ਗੋਤ ਦਾ ਸੀ ਨਾ ਅਕਬਰ ਪਾਤਸ਼ਾਹ। ਇਹ ਚਵਗੱਤੇ ਭਾਵ ਅਕਬਰ ਕਿਆਂ ਦੇ ਪਾਸ ਇਹ ਜਾ ਅਰਦਾਸ ਕੀਤੀ, ਇਹਨੇ ਜਾ ਇਹਨੇ ਬੇਨਤੀ ਰੱਖੀ ਹੈ। ਮੂਰਖ ਕਰਤ ਪਏ ਬਹਬਾਦ। ਤੇ ਬੜੇ ਬਾਦ ਵਿਵਾਦ ਝਗੜਾ ਮਹਾਰਾਜ ਨਾਲ ਵਧਿਆ। ਇਹ ਉੱਥੇ ਜਾ ਰੌਲਾ ਅਕਬਰ ਬਾਦਸ਼ਾਹ ਦੇ ਪਾਸ ਲੈਂਦੇ ਹੀ ਮਾਇਆ ਉਨੀ ਕਿ ਜਿੰਨੀ ਕੁ ਭਾਵ ਖਰਚ ਹੋ ਜਾਂਦੀ ਹੈ, ਅੰਨ ਧਨ ਓਨਾ ਹੀ ਲੈਂਦੇ ਆ ਜਿਹੜਾ ਸ਼ਾਮ ਨੂੰ ਵਰਤ ਜਾਵੇ। ਉਹ ਤਾਂ ਇਹੋ ਜਿਹੇ ਨਿਰਲੇਪ ਹੈ ਗੁਰੂ ਗਰੀਬ ਨਵਾਜ ਵੀ, ਰਾਤ ਨੂੰ ਜਲ ਦੇ ਭਾਂਡੇ ਵੀ ਉਹ ਤਾਂ ਮੂਧੇ ਮਰਵਾ ਦਿੰਦੇ ਆ ਤੇ ਇਹ ਉੱਥੋਂ ਪੈਸੇ ਭਾਲਦੇ ਆ। ਕਿੰਨੇ ਸੰਸਾਰ ਭੁੱਖੇ ਨੰਗੇ ਲੋਕ ਉੱਥੋਂ ਵਰਸਾਏ ਜਾਂਦੇ ਆ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰੋਂ ਘਰੋਂ ਪ੍ਰਸ਼ਾਦਾ ਛਕਦੇ ਆ, ਮਹਾਰਾਜ ਦੇ ਭੰਡਾਰੇ ਵਰਤੀ ਜਾਂਦੇ ਰਹਿੰਦੇ ਸੀ। ਤੋ ਰਾਜੇ ਲੋਕਾਂ ਨੂੰ ਕਾਲ ਵਿੱਚ ਫਿਰ ਦਿੱਕਤ ਜੋ ਆਉਂਦੀ ਹੈ, ਫਰਜ਼ ਹੁੰਦਾ ਰਾਜਿਆਂ ਦਾ ਵੀ ਕਾਲ ਪੈਣ ਤੇ ਉਹ ਪ੍ਰਜਾ ਦੀ ਰਾਖੀ ਕਰਨ, ਉਹਨਾਂ ਨੂੰ ਅੰਨ ਪਹੁੰਚਾਉਣ। ਤੇ ਰਾਜਿਆਂ ਦਾ ਵੀ ਅੰਨ ਥੋੜਾ ਪੈ ਜਾਂਦਾ ਸੀ ਤੇ ਗੁਰੂ ਅਮਰਦਾਸ ਮਹਾਰਾਜ ਤਾਂ ਹੈ ਮਹਾਰਾਜਨ ਕੇ ਮਹਾਰਾਜਾ, ਇਸ ਕਰਕੇ ਉਹਨੇ ਦੱਸਿਆ ਬਾਦਸ਼ਾਹ ਇਹ ਤਾਂ ਲਾਲਚੀ ਲੋਕ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਨਾਲ ਗੁਰੂ ਅਮਰਦਾਸ ਮਹਾਰਾਜ ਨਾਲ ਹੰਕਾਰੀ ਹੋਏ ਅਕਾਰਨ ਈਰਖਾ ਕਰਦੇ ਆ, ਸਤਿਗੁਰਾਂ ਤੋਂ ਮਾਇਆ ਭਾਲਦੇ ਆ। ਦੁਸ਼ਟਨ ਕੋ ਝੂਠਾ ਤਿਨ ਕਯੋ। ਉਹਨੇ ਆਖਿਆ ਬਾਦਸ਼ਾਹ ਵੀ ਇਹ ਤਾਂ ਦੁਸ਼ਟ ਲੋਕ ਆ, ਪਾਪੀ ਮਹਾਰਾਜ ਦਾ ਨਿਰਾਦਰ ਕਰਦੇ ਆ, ਨਿੰਦਾ ਕਰਦੇ ਆ। ਸਾਰਾ ਭੇਦ ਉਹਨੇ ਖੋਲ ਕੇ ਦੱਸ ਦਿੱਤਾ ਹੈ। ਚੜ ਕੇ ਉਹ ਸਭ ਖੋਲ ਆਏ ਤੇ ਤੁਰ ਕੇ ਆਏ ਤੇ ਘਰੇ ਨਗਰ ਆ ਕੇ ਬੜੀ ਸ਼ਰਮਿੰਦੇ ਹੁੰਦੇ, ਪਾਟੇ ਕੱਪੜੇ ਇਹਨਾਂ ਦੇ ਰੋਲ ਮਰ ਗਏ ਜੋ ਆਏ ਫੇਰ। ਤੇ ਇਸ ਤਰ੍ਹਾਂ ਫਿਰ ਜਿਹੜੇ ਇਹਨਾਂ ਦੀ ਹਾਲਤ ਹੋਈ ਤੇ ਕਹਿੰਦੇ ਆ ਕਿ ਫਿਰ ਮਹਾਰਾਜ ਤੇ ਇਸ ਤਰ੍ਹਾਂ ਜਿਹੜੇ ਚੜ ਕੇ ਗਏ ਸੀ ਨਾ, ਫਿਰ ਕਈ ਮੁੜ ਆਏ ਆ, ਰੁਲ ਕੇ ਮਰ ਖਪ ਕੇ ਉੱਥੋਂ ਮੁੜ ਪਏ ਆ। ਦੁਖੀ ਭਏ ਜਮ ਮਾਰੇ ਘੇਰ। ਤੇ ਹੌਲੀ ਹੌਲੀ ਜਿਹੜੀ ਇਹਨਾਂ ਦੀ ਦਾਸ ਜੀ ਕਹਿੰਦੇ ਆ ਕਿ ਇਹਨਾਂ ਨੂੰ ਜਿਹੜਾ ਦੰਡ ਸਜ਼ਾ ਮਿਲੀ ਉਹ ਤਾਂ ਪ੍ਰਭੂ ਪਰਮੇਸ਼ਰ ਭਗਵਾਨ ਨੇ ਆਪ ਹੀ ਇਹਨਾਂ ਦਾ ਮੂੰਹ ਕਾਲਾ ਕੀਤਾ ਹੈ। ਕਿਰਪਾ ਸਿੰਧ ਸਭ ਅੰਤਰ ਜਾਮੀ। ਤੇ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਕਿਰਪਾ ਦੇ ਸਮੁੰਦਰ ਹੈ, ਸਭ ਤਰ੍ਹਾਂ ਦੇ ਨਾਲ ਅੰਤਰਜਾਮੀ ਹੈ। ਤਾਹੇ ਸਮੇਂ ਗੁਰ ਸੇਵ ਮਝਾਰਾ। ਤੇ ਸ਼੍ਰੀ ਰਾਮਦਾਸ ਜੀ ਮਹਾਰਾਜ ਉਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਸੀਗੇ ਗੋਇੰਦਵਾਲ ਸਾਹਿਬ। ਪਰ ਰਹਿਤ ਹੋਤੇ ਦਰਬਾਰ ਵਿੱਚ ਰਹਿੰਦੇ ਸੀ, ਤਿਆਰ ਬਰ ਤਿਆਰ ਹੋ ਕਰਕੇ ਸੇਵਾ ਕਰਦੇ ਆ। ਗੌੜੀ ਰਾਗ ਵਾਰ ਕੇ ਅੰਤਰ। ਤੇ ਗੌੜੀ ਰਾਗਣੀ ਵਿੱਚ ਵਾਰਾਂ ਦੇ ਵਿੱਚ ਸਾਰਾ ਇਹ ਵਰਤਾਂਤ। ਇਸ ਪਰਥਾਏ ਸ਼ਲੋਕ ਸੁਤੰਤਰ। ਮਹਾਰਾਜ ਨੇ ਸਾਰਾ ਸ਼ਲੋਕ ਜਿਹੜਾ ਹੈ ਉਹ ਗੌੜੀ ਰਾਗ ਦੀ ਵਾਰ ਜਾਂ ਗੌੜੀ ਰਾਗਣੀ ਦੀ ਗੌੜੀ ਕੀ ਵਾਰ ਅੰਦਰ ਉਹ ਗੁਰੂ ਆਖੀ ਡਿਠਾ ਸਾਰਾ ਬਿਰਤਾਂਤ ਲਿਖ ਦਿੱਤਾ। ਇੱਥੇ ਚਾਹੇ ਕਵੀ ਸੰਤੋਖ ਸਿੰਘ ਸਾਹਿਬ ਜੀ ਨਾਲ ਹੀ ਉਹ ਸ਼ਬਦ ਲੱਗਦਾ ਜੁੜਦਾ ਕਰਕੇ ਉਹ ਜਿਹੜਾ ਪ੍ਰਕਰਨ ਅਨੁਸਾਰ ਲਾ ਦਿੱਤਾ ਹੈ। ਉਸ ਤਰ੍ਹਾਂ ਜਿਹੜਾ ਸ਼ਬਦ ਹੈ, ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠ ਗਏ ਸਨ ਇੱਥੇ ਅੰਮ੍ਰਿਤਸਰ ਸਾਹਿਬ, ਇੱਥੇ ਸਿੱਖਾਂ ਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਸੁਣਿਆ ਹੈ ਵੀ ਇੱਕ ਵਾਰੀ ਆ ਗੋਂਦੇ ਖੱਤਰੀਆਂ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨਾਲ ਬੜੀ ਈਰਖਾ ਕੀਤੀ ਸੀ, ਪਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਾਣੀ ਉਚਾਰੀ ਗੁਰਤਾ ਤੇ ਸੁਭਾਏਮਾਨ ਹੋਣ ਤੇ ਬਾਅਦ। ਇਸ ਤਰ੍ਹਾਂ ਫਿਰ ਉਹ ਕੀ ਆਖਿਆ ਸੱਚੇ ਪਾਤਸ਼ਾਹ ਜੀਆਂ ਉਹ ਜਾਣੋ ਭਾਈ। ਸ੍ਰੀ ਸਤਿਗੁਰੂ ਜੋ ਕੀਨ ਬਖਾਨ। ਉਹ ਇਸ ਤਰ੍ਹਾਂ ਜੋ ਗੁਰੂ ਰਾਮਦਾਸ ਮਹਾਰਾਜ ਜੀ ਉਹ ਸਾਰਾ ਬਿਰਤਾਂਤ ਸੁਣਾਇਆ, ਸੁਣਨਾ ਕਰੋ। ਸ਼ਲੋਕ ਮਹੱਲਾ ਚੌਥਾ। ਮਲ ਜੋਈ ਭਰਿਆ ਨੀਲਾ ਕਾਲਾ ਖਿਧੋਲੜਾ। ਤੋ ਸ਼੍ਰੀ ਗੁਰੂ ਰਾਮਦਾਸ ਜੀ ਇਹ ਗੌੜੀ ਕੀ ਵਾਰ ਅੰਦਰ ਸ਼ਬਦ ਉਚਾਰਿਆ। ਮਾਰੇ ਕਹਿੰਦੇ ਗੁਰਸਿੱਖੋ ਭਾਈ ਇਸ ਤਰ੍ਹਾਂ ਹੈ, ਜਦੋਂ ਉਹ ਸਾਧ ਸੰਗਤ ਜੀ ਅਕਬਰ ਦੇ ਪਾਸ ਗੋਂਦੇ ਖੱਤਰੀ ਦੀ ਵੰਸ਼ ਵਾਲਿਆਂ ਦੀ ਫਰਿਆਦ ਨਾ ਸੁਣੀ ਤੇ ਉਹਨਾਂ ਨੇ ਕੀ ਕੀਤਾ ਵੀ ਸਾਰੇ ਅੱਗੇ ਰਵਾਇਤ ਹੁੰਦੀ ਸੀ ਵੀ ਜਦੋਂ ਰਾਜੇ ਨਹੀਂ ਨਾ ਗੱਲ ਸੁਣਦੇ ਸੀ, ਇਹ ਜੂਆਂ ਦੇ ਨਾਲ ਭਰਿਆ ਹੋਇਆ ਨੀਲਾ ਤੇ ਕਾਲੇ ਰੰਗ ਦਾ ਕੱਪੜਾ ਉਹਦੀ ਗੋਦੜੀ ਬਣਾ ਕੇ
ਸਿਰ ਤੇ ਲੈ ਕੇ ਤੇ ਦਰਬਾਰ ਦੇ ਦਰਵਾਜ਼ੇ ਤੇ ਬਹਿ ਜਾਂਦੇ ਸੀ, ਜਿਵੇਂ ਹੁਣ ਧਰਨੇ ਲਾ ਲੈਂਦੇ ਆ। ਅੱਗੇ ਰਵਾਇਤ ਹੁੰਦੀ ਸੀ, ਜਦੋਂ ਬਾਦਸ਼ਾਹ ਗੱਲ ਨਹੀਂ ਸੀ ਸੁਣਦਾ, ਉਦੋਂ ਜਿਹੜੇ ਫਰਿਆਦੀ ਲੋਕ ਹੁੰਦੇ ਸਨ, ਉਹ ਸਿਰ ਤੇ ਨੀਲਾ ਕਾਲਾ ਬਿਲਕੁਲ ਮੈਲਾ ਕੱਪੜਾ ਬੰਨ੍ਹ ਕੇ ਨਾ, ਉਹਦੀ ਗੋਦੜੀ ਬਣਾ ਸਿਰ ਸੀਸ ਤੇ ਬੰਨ੍ਹ ਕੇ, ਤੇ ਜਿੱਥੋਂ ਬਾਦਸ਼ਾਹ ਬਾਹਰ ਅੰਦਰ ਲੰਘਦਾ ਲੰਘਾਉਂਦਾ ਤੁਰਦਾ ਸੀ, ਉਹ ਦਰਵਾਜ਼ੇ ਅੱਗੇ ਬੈਠ ਜਾਂਦੇ ਸਨ, ਜਿਵੇਂ ਉਹ ਵੀ ਸਾਡੀ ਫਰਿਆਦ ਸੁਣੋ। ਇਹ ਜਿਹੜੇ ਗੋਂਦੇ ਖੱਤਰੀ ਹੈ, ਇਹਦੇ ਜਿਹੜਾ ਪੁੱਤ ਹੈ ਲਿਆ ਹੋਇਆ ਗੋਦੀ, ਤੇ ਨਾਲ ਇਹਦੇ ਭਤੀਏ ਜਿਹੜੇ ਹੈ, ਇਹ ਸਾਰੇ ਦੇ ਸਾਰੇ ਜਦੋਂ ਅਕਬਰ ਬਾਦਸ਼ਾਹ ਨੇ ਧੱਕੇ ਮਾਰ ਕੇ ਬਾਹਰ ਕੱਢੇ, ਉਸ ਸਮੇਂ ਇਹ ਫਿਰ ਇਕੱਠੇ ਹੋ ਕਰਕੇ ਉਹ ਸਿਰ ਤੇ ਜਿਵੇਂ ਗੋਦੜੀ ਲੈ ਕੇ ਮੈਲੇ ਕੱਪੜੇ ਬੰਨ੍ਹ ਕੇ ਤੇ ਅਕਬਰ ਬਾਦਸ਼ਾਹ ਦੇ ਦਰਵਾਜ਼ੇ ਤੇ ਧਰਨਾ ਦੇ ਕੇ ਜਿਵੇਂ ਬੈਠੇ ਹੈ। ਉਹ ਮਹਾਰਾਜ ਦੱਸਦੇ ਹੈ, ਮਲਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਕਿ ਮੈਲ ਦੇ ਨਾਲ ਭਰਿਆ, ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲੇ ਰੰਗ ਦਾ ਖਿਦੋਲੜਾ ਕਹੀਏ, ਜਿਹੜੀ ਗੋਦੜੀ ਹੁੰਦੀ ਹੈ। ਤਿਨ ਵੇਮੁਖ ਵੇਮੁਖੈ ਨੋ ਪਾਇਆ। ਇਹ ਜਿਹੜੇ ਵੇਮੁਖ ਸਨ, ਇਹਦੇ ਭਤੀਏ ਗੋਂਦੇ ਖੱਤਰੀ ਦੇ, ਤੇ ਇੱਕ ਵੱਡਾ ਵੇਮੁਖ ਜਿਹੜਾ ਗੋਂਦੇ ਖੱਤਰੀ ਦਾ ਪੁੱਤਰ ਹੈ, ਜਿਹੜਾ ਮਹਾਰਾਜ ਤੋਂ ਮਾਇਆ ਮੰਗਦਾ ਸੀ। ਇਹ ਸਾਰਿਆਂ ਨੇ ਇਹ ਸਿਰ ਤੇ ਨੀਲੇ ਕਾਲੇ ਰੰਗ ਦੀਆਂ ਜਿਹੜੀਆਂ ਗੋਦੜੀਆਂ ਬੰਨ੍ਹ ਲਈਆਂ ਹਨ, ਮੈਲ ਭਰੀਆਂ। ਪਾਸ ਨਾ ਦੇ ਕੋਈ ਬਹਿਨ ਜਗਤ ਮਹਿ। ਇਹ ਜਦੋਂ ਇੱਥੋਂ ਆ ਗਏ ਨਾ ਗੋਇੰਦ, ਪਰ ਫੇਰ ਵੀ ਬਾਦਸ਼ਾਹ ਅਕਬਰ ਨੇ ਇਹਨਾਂ ਦੀ ਗੱਲ ਨਾ ਸੁਣੀ, ਤੇ ਫੇਰ ਜਿਹੜੇ ਇਹ ਗੋਂਦੇ ਖੱਤਰੀ ਤੇ ਸਮੇਤ ਸਾਰੇ ਹੈ, ਇਹ ਰਲ ਮਿਲ ਕਰਕੇ ਜਦੋਂ ਗੋਇੰਦਵਾਲ ਆਏ, ਤਾਂ ਗੁਰੂ ਰਾਮਦਾਸ ਜੀ ਕਹਿੰਦੇ ਇਹਨਾਂ ਨੂੰ ਕਿਸੇ ਨੇ ਮੂੰਹ ਨਾ ਲਾਇਆ। ਗੋਇੰਦਵਾਲ ਆਇਆਂ ਦੇ ਪਾਸ ਕੋਈ ਵੀ ਨੇੜੇ ਨਾ ਬਹਿਣ ਦੇਵੇ ਇਹਨਾਂ ਨੂੰ, ਕਿਉਂਕਿ ਸਾਰੇ ਕਹਿੰਦੇ ਆ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਤੇ ਚੜ੍ਹਾਈ ਕਰਕੇ ਅਕਬਰ ਦੇ ਪਾਸ ਗਏ ਆ, ਮਹਾਰਾਜ ਤੋਂ ਜ਼ਮੀਨ ਦੇ ਪੈਸੇ ਮੰਗਦੇ ਆ, ਇਸ ਕਰਕੇ ਕੋਈ ਵੀ ਇਹਨਾਂ ਦੇ ਮੱਥੇ ਨਹੀਂ ਲੱਗਦਾ, ਇਹਨਾਂ ਨੂੰ ਪਾਸ ਨਹੀਂ ਬਹਿਣ ਦਿੰਦਾ ਹੈ। ਗੋਹ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਤੇ ਨਿੰਦਿਆ ਰੂਪੀ ਜਿਹੜਾ ਗੰਧ ਹੈ ਨਾ, ਇਹਨਾਂ ਬੇਮੁਖਾਂ ਦੇ ਮੂੰਹ ਵਿੱਚ ਪਿਆ, ਜਿਹੜੇ ਗੁਰੂ ਅਮਰਦਾਸ ਮਹਾਰਾਜ ਦੀ ਨਿੰਦਾ ਕਰਦੇ ਸਨ। ਤੋ ਪਾਸ ਇਹਨਾਂ ਨੂੰ ਕੋਈ ਬਹਿਣ ਨਹੀਂ ਦਿੰਦਾ ਜਗਤ ਸੰਸਾਰ ਦੇ ਵਿੱਚ, ਤੇ ਸਾਰੀ ਸੰਸਾਰ ਦੀ ਨਿੰਦਾ ਰੂਪੀ ਮੈਲ, ਜਿਹੜੇ ਚੜ੍ਹਾਈ ਕਰਕੇ ਮਹਾਰਾਜ ਤੇ ਅਕਬਰ ਦੇ ਪਾਸ ਗਏ ਸੀ ਦਰਖਾਸਤ ਲੈ ਕੇ, ਸਾਰਿਆਂ ਦੇ ਮੁਖ ਵਿੱਚ ਗੰਧ ਪਿਆ ਨਿੰਦਾ ਰੂਪੀ, ਤੇ ਬੜੀ ਇਹਨਾਂ ਦੀ ਹੇਠੀ ਨਿਰਾਦਰ ਸੰਸਾਰ ਵਿੱਚ ਹੋਇਆ ਹੈ। ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖ ਕਰਕੇ ਭੇਜਿਆ। ਤੋ ਜਿਹੜੀ ਗੁਰੂ ਅਮਰਦਾਸ ਮਹਾਰਾਜ ਦੀ ਨਿੰਦਾ ਚੁਗਲੀ ਕਰਨ ਵਾਸਤੇ ਅਕਬਰ ਪਾਸ ਜਿਹੜੇ ਚੁੱਕ ਦੇਣ ਵਾਲੇ ਸੀ ਨਾ, ਗੋਇੰਦਵਾਲ ਦੇ ਮਰਵਾਹੇ ਖੱਤਰੀ, ਜਾਂ ਜਿਹੜੇ ਇਹ ਗੋਂਦੇ ਖੱਤਰੀ ਦੀ ਅੰਸ਼ ਬੰਸ ਹੈ, ਜਿਹੜੇ ਕਹਿੰਦੇ ਸੀ ਸਾਡੀ ਜ਼ਮੀਨ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਘਰ ਆਉਂਦਾ, ਉਹ ਚੁੱਕ ਦੇ ਕਰਕੇ ਅਕਬਰ ਦੇ ਪਾਸ ਜਿਨ੍ਹਾਂ ਨੇ ਭੇਜਿਆ ਸੀਗਾ, ਬੇਮੁਖਾਂ ਨੂੰ ਚੁਗਲੀ ਕਰਕੇ ਉਥੈ ਮੋਹ ਕਾਲਾ ਦੁਹਾਵੇ ਮੁਖਾ ਦਾ ਕਰਾਇਆ। ਤੇ ਉਥੇ ਜਿਹੜੇ ਚੁਗਲੀ ਕਰਨ ਵਾਲੇ ਸੀ ਉਹਨਾਂ ਦਾ ਮੂੰਹ ਵੀ ਕਾਲਾ ਹੋਇਆ ਅਕਬਰ ਦੇ ਦਰਬਾਰ ਅੰਦਰ, ਤੇ ਜਿਹੜੇ ਦਰਖਾਸਤ ਲੈ ਕੇ ਮਹਾਰਾਜ ਤੇ ਚੜ ਕੇ ਗਏ ਸੀ ਇਹ ਗੋਂਦੇ ਦੇ ਪੁੱਤਰ ਵਰਗੇ ਭਤੀਜੇ, ਇਹਨਾਂ ਦਾ ਵੀ ਉਥੇ ਮੂੰਹ ਕਾਲਾ ਅਕਬਰ ਦੇ ਦਰਬਾਰ ਵਿੱਚ ਹੋਇਆ। ਜਦੋਂ ਪਠਾਨ ਨੇ ਆਖਿਆ ਵੀ ਇਹ ਤਾਂ ਪਾਪੀ ਲੋਕ ਹੈ ਬਾਦਸ਼ਾਹ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਾਇਆ ਮੰਗਦੇ ਆ, ਤੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਸਦਾ ਲੰਗਰ ਖੁੱਲੇ ਰਹਿੰਦੇ ਆ, ਇਹ ਲੋਕ ਮਹਾਰਾਜ ਤੋਂ ਮਾਇਆ ਮੰਗਦੇ ਆ, ਤੰਗ ਕਰਦੇ ਉੱਥੇ ਸੰਗਤਾਂ ਨੂੰ। ਐਸੇ ਬਚਨ ਜਦੋਂ ਪਠਾਨ, ਕਿਉਂਕਿ ਉਹ ਆਉਂਦਾ ਜਾਂਦਾ ਸੀ ਇੱਥੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਉਹ ਪਠਾਨ ਨੇ ਜਦੋਂ ਸਾਰੀ ਗੱਲ ਦੱਸੀ, ਇਹਨਾਂ ਦਾ ਮੂੰਹ ਕਾਲਾ ਕੀਤਾ ਅਕਬਰ ਦੇ ਦਰਬਾਰ ਅੰਦਰ। ਤੜ ਸੁਣਿਆ ਸਭਤ ਜਗਤ ਵਿੱਚ ਪਾਈ। ਤੋ ਇਹੋ ਜੀ ਇਹਨਾਂ ਦੀ ਜਿਹੜੀ ਨਿੰਦਾ ਹੋਈ, ਇਹਨਾਂ ਦੀ ਜੋ ਵੀ ਹੋਇਆ, ਉਹ ਸਾਰੇ ਸੰਸਾਰ ਵਿੱਚ ਛੇਤੀ ਸੁਣਿਆ ਗਿਆ, ਬੜੀ ਦੂਰ ਤੱਕ ਇਹ ਗੱਲ ਫੈਲ ਗਈ ਵੀ ਇਹਨਾਂ ਦੇ ਮੂੰਹ ਕਾਲੇ ਅਕਬਰ ਨੇ ਕੀਤੇ ਐ। ਵੇਮੁਖ ਸੁਣੈ ਨਫਰੈ ਪੌਲੀ ਪੌਦੀ। ਅੱਛਾ, ਬੇਮੁਖ ਜਿਹੜੇ ਐ ਇਹਦੇ ਗੋਂਦੇ ਦੇ ਪੁੱਤਰ ਤੇ ਭਤੀਏ, ਤੋ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਐ ਇਹ ਨਫਰੈ ਨੌਕਰ ਨੂੰ ਕਹਿੰਦੇ ਆ, ਜਿਹੜੇ ਨਾਲ ਇਹਦੇ ਨੌਕਰ ਸਨ ਸਾਰੇ ਹੀ। ਫਾਵਾ ਹੋਏ ਕੈ ਉਠ ਘਰ ਆਇਆ। ਉਥੋਂ ਮੂੰਹ ਕਾਲੇ ਕਰਵਾ ਕੇ, ਬੇਇੱਜ਼ਤੀ ਕਰਵਾ ਕੇ, ਤੇ ਅਕਬਰ ਦੇ ਦਰਬਾਰ ਤੋਂ ਦਿੱਲੀੋਂ ਮੁੜ ਆਏ ਆ ਤੇ ਘਰੇ ਆਣ ਬੈਠੇ ਆ। ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ। ਇਥੋਂ ਜਦੋਂ ਆਏ ਫਿਰ ਜਿਹੜੇ ਇਹਨਾਂ ਦੇ ਕੁੜਮ ਸਾਨਣਾ ਭਾਵ ਇਹ ਗੋਂਦੇ ਦਾ ਪੁੱਤਰ ਜਿੱਧਰ ਵਿਆਹਿਆ ਸੀ, ਇਹ ਜਿਹੜੇ ਕੁੜਮ ਸਨ ਇਹਨਾਂ ਦੇ,
ਉਹ ਗੁਰੂ ਅਮਰਦਾਸ ਮਹਾਰਾਜ ਦੇ ਸੇਵਕ ਸਨ, ਇੱਥੇ ਆਉਂਦੇ ਜਾਂਦੇ ਸੀ। ਉਹਨਾਂ ਨੇ ਜਦ ਵੇਖਿਆ ਵੀ ਇਹ ਤਾਂ ਨਿੰਦਕ ਲੋਕ ਹੈ, ਗੁਰੂ ਅਮਰਦਾਸ ਮਹਾਰਾਜ ਤੇ ਚੜ੍ਹਾਈ ਕਰਕੇ ਗਏ ਅਕਬਰ ਦੇ ਪਾਸ। ਤੋ ਇਸ ਤਰ੍ਹਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ, ਉਹ ਕੁੜਮਾਂ ਨੇ ਵੀ ਵਰਤਣਾ ਛੱਡ ਦਿੱਤਾ। ਤੋ ਸੰਗਤ ਜਿਹੜੀ ਹੈ, ਸੰਗਤ ਵੀ ਸਾਰੀ ਇਹਨਾਂ ਤੋਂ ਟਾਲਾ ਵੱਟਣ ਲੱਗੀ ਵੇ ਮੁੱਖਾਂ ਤੋਂ। ਤਾ ਬਹੁਟੀ ਭਤੀਜੀ ਫਿਰ ਆਣ ਕਰ ਪਾਇਆ। ਫਿਰ ਜਿਹੜਾ ਗੋਂਦਾ ਸੀ ਨਾ, ਉਹਦੀ ਜਿਹੜੀ ਪਤਨੀ ਸੀ, ਗੋਂਦੇ ਖੱਤਰੀ ਦੀ ਪਤਨੀ, ਉਹਨੇ ਫਿਰ ਜਾਂ ਭਤੀਜਿਆਂ ਨੂੰ ਨਾਲ ਲੈ ਕੇ, ਇਹ ਗੁਰੂ ਅਮਰਦਾਸ ਮਹਾਰਾਜ ਦੇ ਪੈਰੀਂ ਪਏ ਸਨ। ਇਹਨਾਂ ਨੇ ਉਹ ਗੋਂਦੇ ਦੀ ਪਤਨੀ, ਜਾਂ ਜਿਹੜੀ ਗੋਂਦੇ ਦੀ ਪਤਨੀ ਜਾਂ ਗੋਂਦੇ ਦੇ ਪੁੱਤਰ ਦੀ ਪਤਨੀ ਜਾਣੋ, ਇਹ ਮਾਈ ਨੇ ਫਿਰ ਇਹਨਾਂ ਦਾ ਮਹਾਰਾਜ ਤੋਂ ਪਾਸੋਂ ਬਖਸ਼ਿਸ਼ ਕਰਵਾਈ ਸੀ, ਭੁੱਲ ਬਖਸ਼ਾਈ ਸੀ। ਹਲਤ ਪਲਤ ਦੋ ਵਹਿ ਗਏ। ਇਹਨਾਂ ਦੇ ਹਲਤ ਭਾਵੇ ਸੰਸਾਰ ਵੀ ਗਿਆ, ਇੱਥੇ ਵੀ ਮੂੰਹ ਕਾਲਾ ਹੋਇਆ। ਤੇ ਪਲਤ ਅਗਾਂ ਦਰਗਾਹ ਵਿੱਚ ਵੀ ਨਿੰਦਕਾਂ ਨੂੰ ਢੋਈ ਨਹੀਂ ਮਿਲੀ ਹੈ। ਨਿਤ ਭੁੱਖਾ ਕੂਕੇ ਤਿਹਾਇਆ। ਜਿਵੇਂ ਭੁੱਖੇ ਤੇ ਨੰਗੇ ਕੂਕਦੇ ਆ ਨਾ, ਤਿਹਾਏ ਹੋਏ ਕੂਕਾਂ ਮਾਰਦੇ। ਸੰਸਾਰ ਵਿੱਚ ਕੋਈ ਮੂੰਹ ਨਹੀਂ ਲਾਉਂਦਾ ਇਹਨਾਂ ਨੂੰ, ਤੇ ਬੜੇ ਤੰਗ ਹੁੰਦੇ ਆ। ਨਿੰਦਾ ਕਰਨ ਵਾਲੇ ਨਿੰਦਕ ਉੱਚੀ ਉੱਚੀ ਕੂਕਦੇ ਆ ਵੀ ਸਾਡੀ ਮਹਾਰਾਜ ਨਾਲ ਸੁਲਾਹ ਕਰਵਾ ਦੇਵੋ, ਦੁਖੀ ਹੋ ਪਰਿਵਾਰ ਮਰ ਰਹੇ ਆ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ। ਗੁਰੂ ਰਾਮਦਾਸ ਜੀ ਕਹਿੰਦੇ, ਗੁਰਸਿੱਖੋ ਧੰਨ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੁਆਮੀ, ਕਰਤਾ ਪੁਰਖ ਹਨ, ਪਰਮੇਸ਼ਰ ਦਾ ਸਰੂਪ ਹਨ। ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜਿਸ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਅਕਬਰ ਦੀ ਰਸਨਾ ਤੇ ਵਾਸ ਕਰਕੇ ਸੱਚਾ ਨਿਆਂ ਦਿੱਲੀ ਦੀ ਕਚਹਿਰੀ ਵਿੱਚ ਆਪ ਕਰਵਾਇਆ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ। ਜਿਹੜਾ ਵੀ ਪੂਰੇ ਸਤਿਗੁਰੂ, ਗੁਰੂ ਅਮਰਦਾਸ, ਗੁਰੂ ਨਾਨਕ ਪਾਤਸ਼ਾਹ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਘਰ ਦੀ ਨਿੰਦਾ ਕਰਦਾ ਹੈ, ਸੋ ਸਾਚੈ ਮਾਰ ਪਚਾਇਆ। ਉਹ ਸੱਚੇ ਪਰਮੇਸ਼ਰ ਨੇ ਆਪ ਹੀ ਮਾਰ ਕੇ ਪਚਾਇਆ। ਮਤ ਜਾਣਾ ਓਏ ਜੀਵ ਦੇ, ਓਏ ਆਪ ਮਾਰੇ ਕਰਤਾਰ। ਪ੍ਰਭੂ ਪਰਮੇਸ਼ਰ ਨੇ ਉਹਨਾਂ ਨੂੰ ਮਾਰ ਛੱਡਿਆ ਹੈ। ਇਹੋ ਅੱਖਰ ਤਿਨ ਆਖਿਆ। ਇਹ ਅੱਖਰ ਮਹਾਰਾਜ ਕਹਿੰਦੇ ਤਿੰਨਾਂ ਵਾਸਤੇ ਭਾਈ ਆਖਿਆ ਹੈ, ਉਹ ਨਿੰਦਕਾਂ ਵਾਸਤੇ। ਜਿਨ ਜਗਤ ਸਭ ਉਪਾਇਆ। ਜਾਂ ਕਹਿ ਲਓ ਇਹ ਅੱਖਰ ਜਿਹੜੇ ਆ ਨਾ, ਭਾਵ ਜਿਹੜਾ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਸਿਫਤ ਹੈ ਗੁਰੂ ਅਮਰਦਾਸ ਦੀ, ਇਹ ਉਸ ਅਸੀਂ ਨਹੀਂ ਆਖੀ ਜੈਸੀ ਮੈਂ ਆਵੇ ਖਸਮ ਕੀ ਬਾਣੀ। ਭਾਵੇਂ ਉਹ ਪ੍ਰਭੂ ਪਰਮੇਸ਼ਰ ਨੇ ਸਾਡੇ ਹਿਰਦੇ ਵਿੱਚ ਵਸ ਕਰਕੇ ਧੁਰ ਕੀ ਬਾਣੀ ਮੁਖੋਂ ਉਚਰਵਾਈ ਹੈ ਸਤਿਗੁਰਾਂ ਅਕਾਲ ਪੁਰਖ ਨੇ, ਜਿਨੇ ਜਗਤ ਬਣਾਇਆ। ਚਾਪਈ ਰਹਿ ਗਇਓ ਬਾਲਕ ਏਕ ਪਿਛਾਰੀ। ਤੋ ਇਸ ਤਰ੍ਹਾਂ ਸਾਧ ਸੰਗ ਜੀ, ਇਹ ਗੋਂਦੇ ਦਾ ਟੱਬਰ ਜਦੋਂ ਚੜਾਈ ਕਰਨ ਲੱਗੇ, ਰੋਜ਼ ਹੀ ਕੋਈ ਨਾ ਕੋਈ ਜੀ ਚੜਾਈ ਕਰ ਜਾਂਦਾ। ਕਹਿੰਦੇ ਇੱਕੋ ਇੱਕ ਪੁੱਤਰ ਰਹਿ ਗਿਆ ਸੀ, ਉਹ ਵੀ ਇਸ ਮਾਈ ਦੇ ਪੇਟ ਅੰਦਰ। ਸਾਰੇ ਦਾ ਸਾਰਾ ਪਰਿਵਾਰ ਹੀ ਇਹਨਾਂ ਦਾ ਨਾਸ਼ ਹੋ ਗਿਆ, ਚੜਾਈ ਕਰ ਗਏ ਸਨ। ਇੱਕ ਬੱਚਾ ਰਹਿ ਗਿਆ ਪਿੱਛੇ। ਗੋਂਦੇ ਕੀ ਤ੍ਰੇ ਗੁਰੂ ਅਗਾਰੀ। ਤੇ ਗੋਂਦੇ ਖੱਤਰੀ ਦੀ ਜਿਹੜੀ ਪਤਨੀ ਹੈ, ਉਹ ਫਿਰ ਵਿਚਾਰੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਸ ਆਈ ਹੈ। ਪਛਤਾਵਤ ਕਰ ਜੋਰ ਬਖਾਨੀ। ਹੱਥ ਜੋੜ ਕਰਕੇ ਨਾ ਪਛਤਾਉਂਦੀ ਹੋਈ ਮਹਾਰਾਜ ਨੂੰ ਬੇਨਤੀਆਂ ਕਰਦੀ ਹੈ। ਇਹ ਸਭ ਮੰਦ ਨਾ ਮਹਿਮਾ ਜਾਨੀ। ਇਹ ਸੱਚੇ ਪਾਤਸ਼ਾਹ ਮਹਾਰਾਜ, ਹੁਣ ਸਾਡਾ ਆਪਦਾ ਪੁੱਤਰ ਤਾਂ ਹੈ ਨਹੀਂ, ਇਹ ਗੋਦ ਲਿਆ ਹੋਇਆ, ਮਾੜੀ ਮੱਤ ਵਾਲਾ ਹੈ। ਹੋਰ ਵੀ ਮਹਾਰਾਜ ਸਾਡੇ ਸ਼ਰੀਕੇ ਵਾਲੇ ਕੋਈ ਸਤਿਗੁਰੂ ਜੀ ਮੰਦੀ ਮੱਤ ਵਾਲੇ ਤੁਹਾਡੀ ਮਹਿਮਾ ਨਹੀਂ ਜਾਣ ਸਕੇ। ਤੁਮ ਪ੍ਰਤਾਪ ਤੇ ਇਹੋ ਸਭ ਹੋਏ। ਇਹਨਾਂ ਦੀ ਜਿਹੜੀ ਹਾਲਤ ਹੋਈ ਨਾ, ਤੁਹਾਡੀ ਨਿੰਦਿਆ ਕੀਤੀ ਸੀ, ਤੁਹਾਡੇ ਪ੍ਰਤਾਪ ਕਰਕੇ ਮਹਾਰਾਜ ਟੱਬਰ ਵਿੱਚ ਕੋਈ ਜੀ ਨਹੀਂ ਰਹਿ ਗਿਆ। ਇਹ ਨਿੰਦਾ ਦਾ ਫਲ ਪਰਮੇਸ਼ਰ ਨੇ ਦਿੱਤਾ ਇਹਨਾਂ ਦੇ ਤਾਈਂ। ਕਰੀ ਅਵਗਿਆ ਤੁਮ ਸਭ ਖੋਏ। ਮਹਾਰਾਜ ਤੁਹਾਡੀ ਜਿਹੜੀ ਅਵਗਿਆ ਕੀਤੀ ਸੀ, ਪਹਿਲਾਂ ਤੁਹਾਡੇ ਪ੍ਰਤਾਪ ਕਰਕੇ ਮਹਾਰਾਜ ਸਾਡੇ ਘਰ ਵਿੱਚ ਰੌਣਕਾਂ ਸਨ, ਪਰ ਇਹ ਮੂਰਖ ਨਹੀਂ ਸੀ ਜਾਣਦੇ। ਤੇ ਹੁਣ ਸਤਿਗੁਰੂ ਜੀ ਨਿੰਦਾ ਕੀਤੀ ਹੈ ਤੇ ਉਹਦਾ ਫਲ ਇਹਨਾਂ ਨੂੰ ਮਿਲਿਆ ਹੈ। ਸਭ ਕੁਝ ਖੋਹ ਲਿਆ ਗਿਆ, ਘਰ ਘਾਟ ਵੀ ਨਹੀਂ ਪੱਲੇ ਹੈ, ਗਰੀਬੀ ਗੋਡੇ ਗੋਡੇ ਆ, ਪਰਿਵਾਰ ਵਿੱਚ ਕੋਈ ਜੀ ਨਹੀਂ ਬਚਿਆ ਹੈ। ਰਹਿਓ ਬਾਲ ਇਹੋ ਅਬ ਹੈ ਪਿਛਾਰੀ। ਤੇ ਮਹਾਰਾਜ ਵੇਖੋ ਨਾ, ਕੱਲਾ ਬੱਚਾ ਬਾਲਕ ਛੋਟਾ ਪਿੱਛੇ ਰਹਿ ਗਿਆ ਹੈ। ਰਾਖਾ ਕਿਰਪਾ ਕਰਹਾ ਸੁਖਕਾਰੀ। ਇਹ ਸੁੱਖਾਂ ਦੇ ਦਾਤੇ ਮਹਾਰਾਜ, ਇਹਨੂੰ ਰੱਖ ਲਓ। ਸਤਿਗੁਰੂ ਜੀ ਇਹਦੇ ਤੇ ਮਿਹਰ ਭਰਿਆ ਹੱਥ ਰੱਖ ਕੇ ਇਹਦੀ ਰੱਖਿਆ ਕਰੋ ਜੀ। ਤਿਨਹਾ ਕਰਿਓ ਜਾਸੋ ਤਾਸੋ ਫਲ ਪਾਇਓ। ਤੇ ਮਹਾਰਾਜ ਹੁਣ ਜਿਨ੍ਹਾਂ ਨੇ ਕੀਤਾ ਸੀ ਤੁਹਾਡੇ ਤੇ ਵਧੀਕੀ, ਗੁਰੂ ਘਰ ਦੀ ਨਿੰਦਾ ਕੀਤੀ, ਕਚਹਿਰੀਆਂ ਗਏ, ਤੇ ਉਹ ਮਹਾਰਾਜ ਫਿਰ ਜੈਸਾ ਉਹਨਾਂ ਕੀਤਾ
ਵੈਸਾ ਉਹਨਾਂ ਨੇ ਫਲ ਪ੍ਰਾਪਤ ਕਰ ਹੀ ਲਿਆ ਹੈ। ਅਬ ਬਰਾਬਰ ਕੀ ਸ਼ਰਣੀ ਆਇਓ, ਮਹਾਰਾਜ ਹੁਣ ਮੈਂ ਆਪਦਾ ਪੋਤਰਾ ਲੈ ਕਰਕੇ ਤੁਹਾਡੀ ਚਰਨੀ ਆਈ ਹਾਂ। ਸੰਤ ਪ੍ਰਸੰਨ ਸਦਾ ਉਪਕਾਰੀ। ਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਸੰਤ ਹੋ ਤੇ ਸ਼ਰਨ ਆਇਆਂ ਦੇ ਉੱਪਰ ਸਦਾ ਪਰਉਪਕਾਰ ਕਰਦੇ ਹੋ। ਕਰਹਿ ਬੁਰੇ ਕੋ ਭਲਾ ਵਿਚਾਰੀ। ਮਹਾਰਾਜ ਬੁਰੇ ਦਾ ਜਿਹੜਾ ਭਲਾ ਹੈ, ਆਪ ਕਰਦੇ ਹੋ ਵਿਚਾਰ। ਇਸ ਗੱਲ ਦੇ ਵਿਚਾਰੀ ਹੋ ਸਤਿਗੁਰੂ ਜੀ। ਆਪ ਤਾਂ ਬੁਰਿਆਂ ਦਾ ਵੀ ਨਾਲ ਵੀ ਚੰਗਾ ਕਰਦੇ ਹੋ, ਪਰ ਉਪਕਾਰੀ ਹੋ। ਸਾਡੇ ਤੇ ਮਿਹਰ ਕਰੋ ਜੀ। ਸੁਨ ਪ੍ਰਭੂ ਨੇ ਕਰਨਾ ਕਰ ਰਾਖਿਓ, ਸੁਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਇਹਨਾਂ ਦੀ ਰੱਖਿਆ ਕੀਤੀ ਹੈ। ਇਸ ਤੇ ਬੰਸ ਬ੍ਰਿਧ ਹੈ ਤਬ ਭਾਖਿਓ। ਤੇ ਮਹਾਰਾਜ ਨੇ ਆਖਿਆ, ਕੋਈ ਨਾ ਮਾਈਏ, ਜਿਹੜਾ ਤੇਰਾ ਪੋਤਰਾ ਵੈ, ਇਸੇ ਤੋਂ ਹੀ ਤੇਰੀ ਵੰਸ਼ ਬਹੁਤ ਵੱਧ ਫੁੱਲ ਜਾਵੇਗੀ। ਭਈ ਪ੍ਰਸੰਨ ਸੋ ਗ੍ਰਹਿ ਕੋ ਗਈ। ਮਹਾਰਾਜ ਤੋਂ ਵਰਦਾਨ ਲੈ ਕੇ ਮਾਈ ਘਰ ਨੂੰ ਗਈ ਹੈ, ਬੜੀ ਖੁਸ਼ ਹੋ ਕਰਕੇ। ਕਰੀ ਅਵਗਿਆ ਸੋ ਬਖਸ਼ਈ। ਜਿਹੜੀ ਅਵਗਿਆ ਕੀਤੀ ਸੀ ਇਹਨਾਂ ਗੋਂਦੇ ਕੇ ਅੱਗੇ ਪਰਿਵਾਰ ਨੇ ਮਹਾਰਾਜ ਤੇ ਜਿਵੇਂ ਵਧੀਕੀ ਕੀਤੀ, ਉਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਖਸ਼ ਦਿੱਤੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਰਣੀ ਪਿਆ ਹੋਇਆਂ ਦੀ ਸਤਿਗੁਰਾਂ ਕਲਿਆਣ ਕੀਤੀ। ਚਾਹੇ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਸਭਨਾਂ ਦਾ ਭਲਾ ਮਨਾਏ ਦਾ, ਚਾਹੇ ਸਤਿਗੁਰੂ ਜੀ ਨਹੀਂ ਕਿਸੇ ਦਾ ਬੁਰਾ ਲੋਚਦੇ, ਪਰ ਪਰਮੇਸ਼ਰ ਜਿਹੜਾ ਨਾ ਖਾਲਸਾ ਜੀ ਪੂਰਾ ਨਿਆਉ ਕਰੇ ਕਰਤਾਰ, ਉਹਨੂੰ ਪਰਮੇਸ਼ਰ ਕੌਣ ਆਖੇ ਜੋ ਨਿਆਂ ਨਾ ਕਰੇ। ਤਾਂ ਤੋ ਇਸ ਤਰ੍ਹਾਂ ਇਹ ਪਾਪੀਆਂ ਦੀ ਜਿਹੜੀ ਹਾਲਤ ਹੈ ਉਹ ਹੋਈ ਹੈ। ਤੋ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਕਰਤੇ, ਉਹ ਕਹਿੰਦੇ ਸੀ ਇਹ ਜਗ੍ਹਾ ਸਾਡੀ ਹੈ, ਸਾਡਾ ਥਾਂ ਆ ਕੇ। ਤੋ ਇਸ ਤਰ੍ਹਾਂ ਜਿਹੜਾ ਹੁੰਦਾ ਵੈ ਉਹ ਉਹਨਾਂ ਦੀ ਹਾਲਤ ਆਪਾਂ ਸੁਣੀ ਵਿਚਾਰੀ ਹੈ। ਤੇ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਸੰਗ ਹਿਰਦੇ ਵਸੇ, ਕਿਉਂਕਿ ਗੁਰੂ ਘਰ ਵਸਤੂ ਦੇ ਕਰਕੇ ਫਿਰ ਜਿਹੜਾ ਜਣਾਉਂਦਾ ਉਹਦੀ ਖਾਲਸਾ ਦੀ ਹਾਲਤ ਕੋਈ ਦੱਸਣ ਦੀ ਲੋੜ ਨਹੀਂ। ਕੋਲੋਂ ਤਾਂ ਇਤਿਹਾਸ ਗਵਾਹ ਇਸ ਗੱਲ ਦਾ। ਜਦੋਂ ਕੋਈ ਐਸਾ ਹੰਕਾਰੀ ਲੋਕ ਜਿਹੜੇ ਵਾ ਉਹ ਥੋੜਾ ਤਾਕਤ ਵਿੱਚ ਆਉਂਦੇ ਆ, ਉਹ ਫਿਰ ਗੁਰੂ ਘਰ ਆਪਦੀ ਜਿਹੜੀ ਵਾ ਜ਼ੋਰ ਸ਼ਕਤੀ ਅਜਮਾਇਸ਼ ਕਰਦੇ ਆ। ਪਰ ਜਿਹੜਾ ਇਸ ਦਰ ਘਰ ਨਾਲ ਮੱਥਾ ਲਾਵੇ, ਉਹਦੇ ਦੋਵੇਂ ਜਹਾਨ ਹੀ ਹਲਤ ਵੀ ਜਾਂਦੇ ਤੇ ਪਲਤ ਵੀ। ਹਲਤ ਨਾ ਸੋਭਾ ਪਲਤ ਨਾ ਟੋਈ, ਅਹਿਲਾ ਜਨਮ ਗਵਾਇਆ। ਤੇ ਇੱਥੇ ਸੰਸਾਰ ਵਿੱਚ ਵੀ ਨਿੰਦਾ ਤੇ ਉਹ ਗਾਂ ਪਰਲੋਕ ਵੀ ਗਵਾ ਲੈਂਦੇ ਆ। ਉਹ ਕਈ ਵਾਰੀ ਹੋ ਜਾਂਦਾ ਇੱਥੇ ਉਹ ਜੰਡ ਸਾਹਿਬ ਦਾ ਸਥਾਨ ਆ ਜਿੱਥੇ 10ਵੇਂ ਪਾਤਸ਼ਾਹ ਦਾ, ਉਹ ਵੀ ਉਹ ਹੈ ਬਣਾਇਆ ਤਾਂ ਸਾਰਾ ਮਹਾਂਪੁਰਸ਼ਾਂ ਨੇ ਦੂਰੋਂ ਉਗਰਾਹੀਆਂ ਕਰ ਕਰਕੇ। ਉਹ ਹੁਣ ਪਿੰਡ ਜੇ ਵਾਲੇ ਉਹ ਕਹਿੰਦੇ ਆਖੇ ਜੀ ਇਹ ਸਾਡਾ। ਉਹ ਆਪਦਾ ਕੋਲ ਇੱਕ ਹੋਰ ਗੁਰਦੁਆਰਾ ਬਣਾ ਕੇ ਬਹਿ ਗਏ ਇੱਥੇ, ਕਹਿੰਦੇ ਜੀ ਆਖੇ ਸਾਡਾ ਸਥਾਨ। ਉਹ 10ਵੇਂ ਪਾਤਸ਼ਾਹ ਜਿੱਥੇ ਆਏ ਉਹ ਜੰਡ ਸਾਹਿਬ ਸਥਾਨ ਇੱਕ ਹੀ ਹੈ। ਇਹ ਕਹਿੰਦੇ ਨਹੀਂ ਜੀ ਉਹ ਸਾਡਾ ਸਥਾਨ ਆਖੇ, ਉਹ ਸਾਡੀ ਚੱਲੇ। ਉਹ ਆਪਦਾ 10ਵੇਂ ਪਾਤਸ਼ਾਹ ਦਾ ਇੱਕ ਹੋਰ ਹੀ ਗੁਰੂ ਘਰ ਨਾਲ ਬਣਾ ਕੇ ਬੈਠ ਗਏ। ਇਹ ਹੰਕਾਰੀ ਜਿਹੜੇ ਇਹੋ ਜਿਹੇ ਇੱਥੇ ਦਾਸ ਕਥਾ ਕਰਦਾ ਰਿਹਾ, ਹੁਣ ਨਾ ਤਾਂ ਨਹੀਂ ਉਹ ਮਹਾਂਪੁਰਸ਼ਾਂ ਦਾ ਸਥਾਨ ਆ। ਉਹ ਆ ਕਮੇਟੀਆਂ ਸ਼ਮੇਟੀਆਂ ਜਿਹੜੀਆਂ ਬਣ ਜਾਂਦੀਆਂ, ਉਹ ਇੱਕ ਆਂਦਾ ਜੀ ਮੈਂ ਪ੍ਰਧਾਨ, ਦੂਜਾ ਉਹ ਆਪ ਹੀ ਜਿਹਨੂੰ ਪ੍ਰਧਾਨ ਬਣਾ ਦੂਜੇ ਨੂੰ ਸੈਕਟਰੀ ਚੁਣ ਲੈਂਦਾ। ਉਹ ਆਪ ਹੀ ਇੱਕ ਦੂਜੇ ਨੂੰ ਅਹੁਦੇ ਦੇ ਲੈਂਦੇ ਆ। ਫਿਰ ਉਹ ਜਿਵੇਂ ਮਨ ਆਉਂਦੀਆਂ ਕਰਦੇ ਹੁੰਦੇ, ਸਾਰੇ ਵਕਾਰੀ ਆ। ਕੋਈ ਸ਼ਰਾਬ ਪੀਂਦਾ, ਕੋਈ ਜਰਦਾ ਲਾਉਂਦਾ, ਕੋਈ ਬੀੜੀ ਲਾਉਂਦਾ। ਇਸ ਤਰ੍ਹਾਂ ਉਹ ਮੈਂ ਕਥਾ ਕੀਤੀ, ਦਾਸ ਨੇ ਮਹਾਰਾਜ ਨੇ ਜਥਾ ਬਲ ਬਖਸ਼ਿਆ ਸੁਖਮਣੀ ਸਾਹਿਬ ਦੀ ਕੁਝ ਸਮਾਂ। ਤੇ ਉਹ ਜਦੋਂ ਕਥਾ ਵਿੱਚ ਕੋਈ ਪ੍ਰਸੰਗ ਆਵੇ, ਹੁਣ ਮਹਾਰਾਜ ਥੋੜਾ ਬਖਸ਼ਦੇ ਆ। ਸਤਿਗੁਰਾਂ ਦੀ ਬਾਣੀ ਕਿਤੇ ਉਪਦੇਸ਼ ਰੂਪ ਨਰਮ ਹੈ, ਕਿਤੇ ਸਤਿਗੁਰੂ ਜੀ ਜਿੱਥੇ ਸਾਡਾ ਭਲਾ ਹੁੰਦਾ ਉਥੇ ਥੋੜਾ ਸਖਤ ਵੀ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ। ਉਹ ਤਾਂ ਆਪਣੀ ਜਿਹੜੀ ਵਾ ਸੋਚਣ ਸ਼ੈਲੀ ਹੈ ਵੀ ਅਸੀਂ ਮਹਾਰਾਜ ਦੀ ਬਾਣੀ ਨੂੰ ਕਿਵੇਂ ਲੈਣਾ। ਕਈਆਂ ਨੂੰ ਇਹ ਹੁੰਦਾ ਵੀ ਖਰੇ ਸਾਡੇ ਤੇ ਹੀ ਇਹ ਜਾਣ ਕੇ ਕਰਦੇ। ਉਹ ਹੁੰਦਾ ਸਾਰਾ ਉਹ ਪ੍ਰਸੰਗ ਕਥਾ ਚਾਹੁੰਦੇ ਸੀ। ਉਹ ਪੀਂਦੇ ਆਪ ਸ਼ਰਾਬ ਸੀ ਤੇ ਉਹਨਾਂ ਨੂੰ ਐਵੇਂ ਸੀ ਵੀ ਸ਼ਾਇਦ ਸਾਨੂੰ ਲਾ ਕੇ ਗੱਲਾਂ ਕਰਦਾ। ਉਹ ਫਿਰ ਆਖਿਆ ਕਰਨ ਮੈਨੂੰ, ਆਖੇ ਜੀ ਸਾਡੇ ਦਫ਼ਤਰ 'ਚ ਹਾਜ਼ਰੀ ਲਵਾ ਕੇ ਜਾਇਆ ਕਰੋ ਜਾਂਦੀ ਵਾਰੀ। ਮੈਂ ਕਿਹਾ ਵੀ ਹਾਜ਼ਰੀ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਰ 'ਚ ਆ, ਤੁਸੀਂ ਇੱਥੇ ਆ ਜਾਇਆ ਕਰੋ ਕਥਾ ਸੁਣੋ ਨਾਲੇ ਅੰਮ੍ਰਿਤ ਵੇਲੇ। ਉਹ ਨਾਲ ਇੱਕ ਕਲੱਬ ਬਣਾਇਆ ਹੋਇਆ ਸੀ, ਉਹ ਨੌਜਵਾਨਾਂ ਨੇ, ਉਹ ਸਾਰੇ ਕਥਾ ਸੁਣਨ ਆਉਂਦੇ ਸੀ। ਨੌਜਵਾਨ ਸੀ ਜਿਹੜੇ, ਉਹ ਹੇਠਲੀ ਸੇਵਾ ਨੌਜਵਾਨ ਕਰਦੇ ਸੀ, ਉੱਤੇ ਸੀ ਕੜਮ ਚੌਧਰੀ ਸਾਰੇ, ਉਹ ਕਮੇਟੀ ਬਣਾਈ ਹੋਈ ਸੀ। ਔਰ ਉਹਨਾਂ ਨੇ ਜਿਹੜੇ ਉਹ ਕਲੱਬ ਵਾਲੇ ਸਨ, ਉਹ ਵਿਚਾਰੇ ਬੜੀ ਸ਼ਰਧਾ ਨਾਲ ਸੇਵਾ ਕਰਿਆ ਕਰਨ। ਹੇਠਾਂ ਵਿਚਾਰੇ ਝਾੜੂ ਤੜਕੇ ਪ੍ਰਕਾਸ਼ ਵੀ ਉਹ ਕਰਾਉਂਦੇ ਸੀ। ਬੜੀ ਸੇਵਾ ਸੀ। 50-60 ਨੌਜਵਾਨ ਸਨ। ਉਹ ਕਥਾ ਸਾਰੀ ਸੁਣ ਕੇ ਫਿਰ ਸਾਰੀ ਸੰਗਤ ਨੂੰ ਜਲ ਪਾਣੀ ਚਾਹ ਪਾਣੀ ਛਕਾ ਕੇ ਫਿਰ ਜਾਂਦੇ ਸੀ। ਸ਼ਾਮ ਨੂੰ ਵੀ ਬੜਾ ਪਹਿਰਾ ਸਾਂਭਦੇ ਸਨ। ਉਹ ਸਾਰੀ ਕਥਾ ਸੁਣਦੇ ਸੀ।
ਉਹ ਫਿਰ ਇਹਨਾਂ ਨੂੰ ਕਥਾ ਲੱਗਿਆ ਕਰੇ ਵੀ ਹੁਣ ਕਥਾ ਨਾ ਹੋਵੇ ਤੇ ਚੰਗਾ, ਵੀ ਕਿਹੜਾ ਵੇਲਾ ਹੋਵੇ ਕਥਾ ਦਾ ਭੋਗ ਪਵੇ। ਕਥਾ 'ਚ ਸਮਾਂ ਰਹਿੰਦਾ ਸੀ, ਫਿਰ ਉਹ ਬਹਾਨੇ ਜੇ ਬਣਾਇਆ ਕਰਨ ਵੀ ਸਾਡੇ ਜੀ ਦਫ਼ਤਰ 'ਚ ਹਾਜ਼ਰੀ ਲਵਾਓ। ਉਹ ਹਾਰ ਕੇ ਉਹ ਜਿਹੜਾ ਕੋਈ ਸੈਕਟਰੀ ਸੀ ਉਹ ਮੈਨੂੰ ਕਹਿੰਦਾ ਜੀ ਆਖੇ ਜੀ ਸਾਡੀ ਨਾ ਪ੍ਰਸ਼ਾਸਨ ਨਾਲ ਇੱਕ ਗੱਲ ਹੈ, ਤੇ ਉਦਾਸ ਤੋਂ ਵੀ ਰਿਹਾ ਨਾ ਗਿਆ। ਮੈਂ ਕਿਹਾ ਜੀ ਪ੍ਰਸ਼ਾਸਨ ਦੀ ਲੋੜ ਤਾਂ ਫਿਰ ਲੁੱਚੇ ਲੰਡਿਆਂ ਨੂੰ ਪੈਂਦੀ ਹੈ, ਮੇਰੇ ਮਨ 'ਚ ਤਾਂ ਕੋਈ ਐਸਾ ਹੈ ਨਹੀਂ ਤੁਸੀਂ ਪ੍ਰਸ਼ਾਸਨ ਹੋਊਗਾ, ਸਾਡਾ ਪ੍ਰਸ਼ਾਸਨ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ। ਤੇ ਰਹੀ ਗੱਲ ਹਾਜ਼ਰੀ ਦੀ, ਹਾਜ਼ਰੀ ਤਾਂ ਭਾਈ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ 'ਚ ਲਵਾਉਂਗਾ, ਚੌਂਕੀ ਮੇਥੋਂ ਨਹੀਂ ਭਰੀ ਜਾਣੀ। ਤੁਹਾਡੀ ਵੀ ਰੋਜ਼ ਕਥਾ ਕਰਕੇ ਪਹਿਲਾਂ ਤੁਹਾਡੇ ਕੋਲ ਆਵਾਂ ਮੈਂ ਇੱਥੇ ਬਹਿ ਕੇ। ਉਹ ਇਸ ਤਰ੍ਹਾਂ ਉਹ ਹੈ ਵਕਾਰੀ ਸੀ ਸਾਰੇ, ਉਹ ਬਹਾਨਾ ਭਾਲਦੇ ਸੀ। ਉਹ ਫਿਰ ਨਗਰ ਆਖਿਆ ਕਰੇ ਵੀ ਕਥਾ ਜੇ ਹੋਰ ਕਰੋ, ਇਹ ਆਖਣ ਜੀ ਹੁਣ ਕਥਾ ਸੰਗਤ ਸੁਣਨਾ ਨਹੀਂ ਚਾਹੁੰਦੀ। ਤੋ ਉਹ ਸੰਗਤ ਆਖੇ ਜੀ ਕਥਾ ਜੇ ਹੋਰ ਹੋਵੇ, ਇਹ ਆਖਣ ਜੀ ਸੰਗਤ ਕਹਿੰਦੀ ਸਾਨੂੰ ਕਥਾ ਸਮਝ ਨਹੀਂ ਆਉਂਦੀ, ਆਖੇ ਕਥਾ ਨਹੀਂ ਕਰਾਉਣੀ ਅਸੀਂ। ਉਹ ਸੰਗਤ ਨੇ ਫਿਰ ਰੌਲਾ ਪਾ ਲਿਆ, ਕਾਫੀ ਦਿਨ ਲੰਘ ਗਏ। ਫਿਰ ਆਖਿਆ ਮਹਾਰਾਜ ਵੀ ਗੁਰੂ ਘਰ ਦੇ ਵਿੱਚ ਐਂ ਰੌਲਾ ਪੈਂਦਾ, ਸੋਭਾ ਨਹੀਂ ਦਿੰਦਾ। ਫਿਰ ਮੈਂ ਚਲੋ ਮਹਾਰਾਜ ਨੇ ਜਿਵੇਂ ਬਲ ਬਖਸ਼ਿਆ ਉੱਥੋਂ ਟਾਲਾ ਕਰ ਲਿਆ ਫਿਰ ਪਿੱਛੇ। ਤੋ ਇਸ ਤਰ੍ਹਾਂ ਹੋ ਜਾਂਦਾ ਹੈ, ਜਿਹੜੇ ਨਗਰ ਦੇ ਲੋਕ ਹੁੰਦੇ ਆ ਨਾ ਇਹ ਮੇਰ ਨਹੀਂ ਛੱਡਦੇ ਹੁੰਦੇ, ਜਿਹੜਾ ਮਰਜੀ ਕੋ ਮਹਾਂਪੁਰਸ਼ ਦਾ ਸਥਾਨ ਹਾਲਾਂਕਿ ਬਣਾਇਆ ਉਹਨਾਂ ਮਹਾਂਪੁਰਸ਼ਾਂ ਨੇ, ਇਹ ਫਿਰ ਮੇਰ ਜੀ ਜਿਤਾਈ ਜਾਂਦੇ ਹੁੰਦੇ ਵੀ ਹਾਏ ਸਾਡਾ, ਇਹ ਸਾਡਾ, ਸਾਡਾ, ਇਸ ਤਰ੍ਹਾਂ ਹੋ ਜਾਂਦਾ। ਪਰ ਇਹ ਤਾਂ ਸਾਰੇ ਸੰਸਾਰ ਦਾ ਸਾਂਝਾ ਸਥਾਨ ਹੈ। ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਜੇ ਜਾਣੀ ਇਸ ਤਰ੍ਹਾਂ ਤੋ ਗੁਰੂ ਘਰ ਵਿੱਚ ਖਾਲਸਾ ਦੀ ਕੀਰਤਨ ਹੋਵੇ, ਕਥਾ ਹੋਵੇ, ਰਲ ਮਿਲ ਕਰਕੇ ਸਾਰੇ ਮਹਾਰਾਜ ਦੇ ਪ੍ਰਬੰਧ ਚੱਲਣ, ਕੋਈ ਦੂਰੋਂ ਆਵੇ ਕੋਈ ਨੇੜੋਂ ਆਵੇ, ਸਾਰੀ ਸੰਗਤ ਦਾ। ਕਿਉਂਕਿ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੈ ਉਹਦਾ ਨਿਸ਼ਾਨ ਸਾਹਿਬ ਦਾ ਫਰਲਾ ਜਿਹੜਾ ਜਾਂ ਵੱਡਾ ਪਤਾਕ ਹੈ ਪੱਟ ਉੱਪਰਲਾ, ਉਹਦੇ ਹਿੱਲਣ ਦਾ ਮਤਲਬ ਹੀ ਉਹ ਆਵਾਜ਼ਾਂ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਜਾਂ ਦੇਗ ਤੇਗ ਜਗ ਮੈਂ ਦੋ ਚੱਲੇ। ਜਿਹੜਾ ਉੱਪਰ ਨਿਸ਼ਾਨ ਹੈ ਜਿਹਨੂੰ ਆਪਾਂ ਖੰਡਾ ਲੱਗਿਆ ਕਿਤੇ ਤੀਰ ਲੱਗਿਆ, ਇਹ ਖਾਲਸਾ ਦੀ ਤੇਗ ਹੈ। ਤੇ ਜਿਹੜਾ ਕੱਪੜਾ ਝੂਲਦਾ ਨਾ ਹਿੱਲਦਾ, ਉਹ ਦੇਗ ਲੰਗਰ ਨੂੰ ਕਹਿੰਦੇ, ਉਹ ਲੰਗਰ ਦਾ ਪ੍ਰਤੀਕ ਹੁੰਦਾ। ਦੇਗ ਤੇਗ ਨਿਸ਼ਾਨ ਸਾਹਿਬ ਵਿੱਚ ਇਕੱਠੀਆਂ ਵਰਤਦੀਆਂ। ਉਹ ਤੇਗ ਹੈ ਜਿਹੜੀ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਲੱਗਿਆ, ਤੇਗ ਸ਼ਾਸਤਰ ਨੂੰ ਕਹਿੰਦੇ ਆ, ਕਿਰਪਾਨ ਨੂੰ ਵੀ ਕਹਿੰਦੇ। ਤੇ ਕੱਪੜਾ ਦੇਗ ਦਾ ਪ੍ਰਤੀਕ ਹੈ ਵੀ ਇੱਥੇ ਲੰਗਰ ਚੱਲਦਾ, ਕੋਈ ਭੁੱਖਾ ਆਵੇ ਕੋਈ ਨੰਗਾ ਆਵੇ ਸਭ ਹੋ ਰਸਾਏ ਜਾਂਦੇ। ਇਹ ਦੇਗ ਤੇਗ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ। ਤੋ ਇਸ ਤਰ੍ਹਾਂ ਦੀ ਜਿਹੜੀ ਬਿਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੇ। ਇੱਥੇ ਹੱਕ ਤਾਂ ਸਭ ਦਾ ਇੱਕੋ ਜਿੰਨਾ, ਹੱਕ ਵੀ ਕਾਹਦਾ, ਇੱਥੇ ਤਾਂ ਤੇਰਾ ਕੀਆ ਤੁਝ ਹੈ ਕਿਆ ਅਰਪਾ, ਮਹਾਰਾਜ ਦਾ ਦਿੱਤਾ ਹੋਇਆ ਸਾਨੂੰ, ਅਸੀਂ ਇਹਨੂੰ ਕੁਝ ਅਰਪ ਨਹੀਂ ਸਕਦੇ। ਇੱਥੇ ਖਾਲਸਾ ਜੀ ਝੁਕਿਆ ਪ੍ਰਵਾਨ ਹੈ। ਤੋ ਐਸੇ ਪ੍ਰਸੰਗਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ਦਾ ਹੈ। ਪਾਵਨ ਪਵਿੱਤਰ ਨਿੰਦਾ, ਗੁਰੂ ਗਰੀਬ ਨਵਾਜ਼ ਸਤਿਗੁਰਾਂ ਦੀ ਜਿਹੜੀ ਨਿੰਦਾ ਕਰਨ ਵਾਲਿਆਂ ਦੀ ਹਾਲਤ ਜਥਾ ਹੋਈ ਹੈ। ਗੁਰੂ ਘਰ ਤੋਂ ਆਪਦਾ ਹੱਕ ਜਤਾਉਣ ਵਾਲੇ ਵੀ ਸਾਡਾ ਹੈ ਸਾਰਾ ਕੁਝ, ਉਹ ਫਰਿਆਦੀ ਵੀ ਹੋਏ, ਦਰਬਾਰ ਤੋਂ ਆਕੀ ਹੋ ਕਰਕੇ ਮਹਾਰਾਜ ਦੇ ਦਰ ਤੋਂ ਸੰਸਾਰੀ ਬਾਦਸ਼ਾਹ ਪਾਸ ਗਏ, ਉੱਥੇ ਵੀ ਮੂੰਹ ਕਾਲੇ ਹੀ ਹੋਏ। ਉਹ ਸਾਰਾ ਆਪਾਂ ਪ੍ਰਸੰਗ ਸੁਣਿਆ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਣੀ ਪੰਡਤ ਹੰਕਾਰੀ ਜਦੋਂ ਵਿਦਿਆ ਬਹੁਤ ਪੜ੍ਹਿਆ ਹੋਣ ਕਰਕੇ ਅਭਿਮਾਨ ਕਰਦਾ, ਸੱਚੇ ਪਾਤਸ਼ਾਹ ਮਹਾਰਾਜ ਇਹਦਾ ਕਿਵੇਂ ਹੰਕਾਰ ਨਿਵਰਤ ਕਰ ਦਿਓ। ਪ੍ਰਸੰਗ ਜਥਾ ਕੱਲ ਆਵੇਗਾ, ਆਪਾਂ ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਗਰੀਬ ਨਵਾਜ ਆਪ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਨ ਪ੍ਰਭ ਨੇ ਕਰੁਣਾ ਕਰ ਰਾਖਿਓ, ਇਸ ਤੇ ਬੰਸ ਬ੍ਰਿਧ ਹੈ ਤਬ ਭਾਖਿਓ। ਭਈ ਪ੍ਰਸੰਨ ਸੋ ਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ,
हे गोबिंद हे गुण निधान जा कह सदा विवेक हे अपरंपर हर हरे है पी होवन हार हे संतह कह सदा संग निधारा आधार हे ठाकुर हौ दास रो मैं निर्गुण गुण नहीं कोय नानक दीजै नाम दान राखा हिय परोय आए प्रभ सरनागति कृपा निध दयाल एक अखर हर मन बसत नानक होत निहाल कथा निता प्रत होत है सुनो सो सिंह नानक गुरु गोबिंद सिंह जी सदा करहै कल्याण वाहिगुरु नाम जहाज है चढ़े सो उतरे पार जो शरदा कर सेवंदे वाहिगुरु पार उतारन हार जो शरदा कर सेवंदे वाहिगुरु पार उतारन हार वाहिगुरु जी का खालसा वाहिगुरु जी की फतेह।